प्रोग्राम दे विच लैके हाजिर हां पंजाब दी सियासत की एक बड़ी ते अहम खबर। गलबात करांगे कि नवजोत सिंह सिद्धू ने एक बार फिर तो कैप्टन अमरिंदर सिंह अते बिक्रम सिंह मजीठीए नूं निशाने ते लिया। एक वड्डी पोल खोल के रख दी है। कैप्टन अमरिंदर सिंह सिर्फ हुण नवजोत सिंह सिद्धू ही नहीं जां फिर होर पार्टी के लीडरां ते ही नहीं सगों हुण पंजाब के लोकां ते भी निशाने ते आ जाणगे जदों यह खबर का खुलासा होवेगा। दरअसल गल है कि जिहड़ी 2.5 सालों तो ज्यादा का समा हो गया एसटीएफ की रिपोर्ट जिहड़ी है वह हाई गेट दे विच सील बंद पई है ते हवाला दिता जा रहा सी कोर्ट का कि उन्हां दे करके कार्रवाई नहीं हो रही। तो हुण कोर्ट ने पंजाब सरकार नूं फटकार लगाई गई है कि असीं तुहानूं इनकुआरी करन तो कदों रोकिया। तो हुण कैप्टन अमरिंदर सिंह घिरदे दिखाई दे रहे हैं, उन्हां दी सरकार घिरदी दिखाई दे रही है। पिछले लंबे समय तो नवजोत सिंह सिद्धू यही मुद्दा चुकते आ रहा कि भाई ਜਿਹੜੇ ਲੋਕਾਂ ਦੇ ਨਾਲ ਵਾਅਦੇ ਕਰਕੇ ਆਪਾਂ ਸੱਤਾ ਦੇ ਵਿੱਚ ਆਏ ਆ ਉਹ ਪੂਰੇ ਕਰ ਦਿਓ। ਡਰੱਗਸ ਮਾਮਲੇ ਦੇ ਉੱਪਰ ਪੰਜਾਬ ਦੇ ਨੌਜਵਾਨਾਂ ਨੂੰ ਬਚਾਇਆ ਜਾਵੇ, ਨਸ਼ੇ ਦੇ ਸੁਦਾਗਰਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ। ਖਾਸ ਕਰਕੇ ਉਹ ਬਿਕਰਮ ਸਿੰਘ ਮਜੀਠੀਆ ਦਾ ਨਾਮ ਬੜੇ ਜ਼ੋਰ ਸ਼ੋਰ ਦੇ ਨਾਲ ਲੈਂਦੇ ਨੇ ਤੇ ਉਹ ਵੀ ਇਹ ਵੀ ਕਹਿੰਦੇ ਨੇ ਕਿ ਜਿਹੜੀ ਕਾਰਵਾਈ ਨਹੀਂ ਹੋਈ ਉਹ ਵੀ ਬਿਕਰਮ ਸਿੰਘ ਮਜੀਠੀਆ ਦੇ ਕਾਰਨ ਨਹੀਂ ਹੋਈ। 75-25 ਦਾ ਕਹਿੰਦੇ ਖੇਡ ਚੱਲ ਰਿਹਾ ਬਾਦਲਾਂ ਅਤੇ ਕੈਪਟਨ ਪਰਿਵਾਰ ਦੇ ਵਿਚਕਾਰ। ਅੱਜ होर की कुछ खुलासे किए ने नवजोत सिंह सिद्धू वालों ट्वीट करके जानकारी दी गई है हाई कोर्ट की फटकार के फैसले के उपर कि आने वाले दिनों के कैप्टन और बिक्रम सिंह मजीठीए की जिहड़ियां मुश्किलां ने वह सकदियां ने कि बिक्रम सिंह मजीठीए के उपर आने वाले दिनों के कोई कार्रवाई हो सकती है। इन्हां पूरे मामलों से गलबात करांगे ते गलबात करन दे लई मौजूद ने मेरे नाल सीनियर पत्रकार प्रोफैसर मनजीत सिंह अणखी साहब। सब तो पहला स्वागत करते हैं अणखी, स्वागत है प्रोग्राम में। बहुत बहुत धन्यवाद जी। अणखी जी किवें देखदे हो जिहड़ा नवजोत सिंह सिद्धू दे वल्लों हुण कैप्टन अमरिंदर सिंह अते बिक्रम सिंह मजीठीआ नूं बड़े जोर शोर दे नाल घेरिया गया है, फटकार लगाई गई है हाई कोर्ट दे वल्लों। मामला की है पूरा एक बारी आपां दर्शकां नूं तफसील दे नाल जिहड़ा समझा दईए तां जो दर्शक जिहड़े आ ओह दुचिती दे विच ना रहण। जी सुखविंदर जी, कहानी जिहड़ी बहुत लंबी भी आ ते पुरानी भी आ, पर इस कहानी दा ਜਿਹੜੇ ਪਾਤਰ ਨੇ ਉਹ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪਾਤਰ ਜੇ ਉਸੇ ਤਰ੍ਹਾਂ ਹੀ, ਔਰ ਪਾਤਰਾਂ ਤੇ ਕਦੇ ਵੀ ਪਰਦਾ ਜਿਹੜਾ ਨਾ ਦੇ ਚੁੱਕਿਆ ਗਿਆ ਤੇ ਨਾ ਹੀ ਉਹਨਾਂ ਦਾ ਕੋਈ ਤਨ ਪੱਤਰ ਜਿਹੜੀ ਉਹ ਗੱਲ ਲੱਗੀ ਹੈ। ਹੁਣ ਜੇਕਰ ਤੁਸੀਂ ਇਸ ਦੇ ਇਤਿਹਾਸ ਦੀ ਅਗਰ ਮੈਨੂੰ ਗੱਲ ਪੁੱਛੋ ਜਾਂ ਇਹਦੀ ਸਥਿਤੀ ਦੀ ਗੱਲ ਪੁੱਛੋ ਤਾਂ ਇਹ ਸਥਿਤੀਆਂ ਜਿਹੜੀਆਂ ਨੇ ਇਹ 2012 ਜਾਂ 2014 ਨਾਲ ਜਾ ਜੁੜਦੀਆਂ ਨੇ ਕਿ ਜਦੋਂ ਪੰਜਾਬ ਦੇ ਵਿੱਚ ਡਰੱਗ ਦਾ ਇੱਕ ਮਸਲਾ ਜਿਹੜਾ ਉਹ ਸਾਹਮਣੇ ਆਇਆ ਔਰ ਜਦੋਂ ਪੰਜਾਬ ਪੁਲਿਸ ਨੇ ਜਗਦੀਸ਼ ਭੁੱਲਾ ਔਰ ਜਾਂ ਇਹੋ ਜਿਹੇ ਜਿਹੜੇ ਬੰਦੇ ਸੀ ਉਹ ਫੜੇ, ਬਿੱਟੂ ਔਲਖ ਵਰਗੇ, ਜਗਦੀਸ਼ ਭੋਲੇ ਵਰਗੇ, ਜਿਹੜਾ ਸਭ ਤੋਂ ਮੇਨ ਬੰਦਾ ਸੀ ਉਹ ਜਗਦੀਸ਼ ਭੋਲਾ ਸੀ। ਤਾਂ ਜਦੋਂ ਸਰਕਾਰ ਨੇ 2012 ਦੇ ਵਿੱਚ ਜਾਂ 13 ਦੇ ਵਿੱਚ ਬੰਬੇ ਤੋਂ ਉਸ ਨੂੰ ਫੜਿਆ, ਹਾਲਾਂਕਿ ਪੰਜਾਬ ਪੁਲਿਸ ਦੇ ਵਿੱਚ ਡੀਐਸਪੀ ਦੇ ਅਹੁਦੇ ਤੇ ਉਹ ਬੰਦਾ ਕੰਮ ਕਰਦਾ ਸੀ, ਪਰ ਉਸ ਦੇ ਮਗਰੋਂ ਉਹ ਫੜਿਆ ਗਿਆ। ਫੜਨ ਤੋਂ ਬਾਅਦ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੋਈ, ਜਾਂਚ ਹੋਈ, ਬੜੀਆਂ ਏਜੰਸੀਆਂ ਜਿਹੜੀਆਂ ਇਨਵੋਲਵ ਹੋਈਆਂ ਔਰ ਉਹ ਜਿਹੜੀ ਗੱਲ ਪਹੁੰਚਦਿਆਂ ਜਿਹੜੀ ਕੜੀ ਸੀ ਉਹ ਉਸ ਵਕਤ ਦੇ ਜਿਹੜੇ ਮਾਲ ਮੰਤਰੀ ਜਾਂ ਅਸੀਂ ਕਹਿ ਸਕਦੇ ਹਾਂ ਕਿ ਬੜੇ ਅਸਰ ਰਸੂਖ ਜਿਹੜੇ ਬਿਕਰਮਜੀਤ ਸਿੰਘ ਮਜੀਠੀਆ ਤੱਕ ਜਿਹੜੀ ਇਹ ਗੱਲ ਜਿਹੜੀ ਪਹੁੰਚ ਗਈ ਉਹਨਾਂ ਦੇ ਸੰਬੰਧਾਂ ਦੀ ਗੱਲ। ਉਹਨਾਂ ਵਿੱਚ ਸਤਪ੍ਰੀਤ ਸੱਤਾ ਸੀ ਜਿਹੜਾ ਕੈਨੇਡਾ ਇੱਕ NRI ਸੀ ਔਰ ਬਕਾਇਦਾ ਤੌਰ ਤੇ ਉਹ ਬੰਦਾ ਮੇਨ ਜਿਹੜਾ ਡਰੱਗ ਸਪਲਾਇਰ ਦਾ ਨਾਂ ਜਦੋਂ ਆਉਂਦਾ ਤਾਂ ਇਹੋ ਜਿਹੇ ਬੰਦੇ ਜਿਹੜੇ ਸੀ ਇਹਦੇ ਵਿੱਚ ਇਨਵੋਲਵ ਸੀ ਇਹ ਸਾਰੇ ਐਪੀਸੋਡ 'ਚ। ਹੁਣ ਸੱਤੇ ਦੇ ਜਿਹੜੇ ਸੰਬੰਧ ਸੀ ਉਹ ਬਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਪਰਿਵਾਰਕ ਸੰਬੰਧ ਸੀ ਜਾਂ ਬਿਜ਼ਨਸ ਵਾਲੇ ਸੰਬੰਧ ਸੀ। ਇਹ ਤਾਂ ਕੇਵਲ ਉਹ ਰਿਪੋਰਟ ਜਾਣਦੀ ਹੈ ਕਿ ਜਿਹੜੀ ਜਦੋਂ ਪੰਜਾਬ ਸਰਕਾਰ ਦੀ ਮਤਲਬ STF ਨੇ ਜਾਂਚ ਕੀਤੀ ਤਾਂ ਉਸ ਵਕਤ ਜਦੋਂ STF ਨੇ ਜਾਂਚ ਕੀਤੀ ਤਾਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਸੀ। ਅਕਾਲੀ ਭਾਜਪਾ ਦੀ ਸਰਕਾਰ ਹੋਣ ਕਰਕੇ ਪੰਜਾਬ ਪੁਲਿਸ ਨੇ ਉਹ ਜਾਂਚ ਜਿਹੜੀ ਉਨੀ ਤਫਸੀਲ ਦੇ ਨਾਲ ਨਹੀਂ ਕੀਤੀ ਜਾਂ ਅਸੀਂ ਕਹਿ ਸਕਦੇ ਹਾਂ ਜਿਸ ਤਰੀਕੇ ਨਾਲ ਕਰਨੀ ਚਾਹੀਦੀ ਉਸ ਤਰੀਕੇ ਨਾਲ ਨਹੀਂ ਹੋਈ, ਪਰ ਉਹ ਬੰਦ ਹੋ ਗਈ। ਪਰ ਉਹਦੇ ਨਾਲ ਹੀ ਨਾਲ ਈਡੀ ਨੇ ਜਦੋਂ ਜਾਂਚ ਕੀਤੀ ਔਰ ਨਰਿੰਦਰ ਸਿੰਘ ਨੇ ਮੈਨੂੰ ਯਾਦ ਆ ਕਿ ਸ਼ਾਇਦ ਇੱਕ ਦੋ ਵਾਰੀ ਪ੍ਰੋਗਰਾਮਾਂ ਅੱਗੇ ਵੀ ਆਪਾਂ ਇਸ ਗੱਲ ਨੂੰ ਡਿਸਕਸ ਕੀਤਾ ਕਿ ਜਦੋਂ ਨਰਿੰਦਰ ਸਿੰਘ ਈਡੀ ਇਨਫੋਰਸਮੈਂਟ ਡਿਪਾਰਟਮੈਂਟ ਜਲੰਧਰ ਇੱਕ IO ਸੀ ਤਾਂ ਉਹਨਾਂ ਨੇ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੱਦਿਆ ਤਾਂ ਭਗਤ ਸਿਆਲ ਦੇ ਦਿਨ ਸਰ ਸੁਖਵਿੰਦਰ ਜੀ ਔਰ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਆਪਣੀ ਇਨਵੈਸਟੀਗੇਸ਼ਨ ਤੋਂ ਬਾਹਰ ਆਏ ਤੇ ਆਉਂਦਿਆਂ ਘੱਟੋ ਘੱਟ 4 ਬੋਤਲਾਂ ਪਾਣੀ ਨੇ ਜਿਹੜੀਆਂ ਉਹਨਾਂ ਨੇ ਪੀਤੀਆਂ ਸੀ ਕਿ ਪਾਣੀ ਜਾਓ, ਮਤਲਬ ਇਹਨਾਂ ਅੰਦਰੋਂ ਖੌਫ ਜ਼ਿਆਦਾ ਸੀ। ਤਾਂ ਖੈਰ ਚਲੋ ਉਹ ਜਿਹੜੀ ਈਡੀ ਦੀ ਰਿਪੋਰਟ ਹੈਗੀ ਆ ਉਹ ਸੀਲਬੰਦ ਲਿਫਾਫਿਆਂ 'ਚ STF ਨੂੰ ਜਿਹੜੀ ਰਿਪੋਰਟ ਬਣਾਈ ਗਈ ਉਹ ਸਾਰੀ ਜਿਹੜੀਆਂ ਰਿਪੋਰਟਾਂ ਨੇ ਇਸ ਵੇਲੇ ਹਾਈ ਕੋਰਟ ਦੇ ਟੇਬਲ ਤੇ ਪਈਆਂ ਨੇ। ਪਰ ਉਹ ਲਿਫਾਫੇ ਜਿਹੜੇ ਖੋਲ੍ਹਣੇ ਸੀ ਕਿਉਂਕਿ ਜੇਕਰ ਪੰਜਾਬ ਸਰਕਾਰ ਨੇ ਉਹ ਜਾਂਚ ਕਰਾਈ ਤਾਂ ਕੁਦਰਤੀ ਤੌਰ ਤੇ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਨਾਲ ਜੇਕਰ ਜਾਂਚ ਹੋਈ ਤਾਂ ਉਹ ਜਾਂਚ ਉੱਥੇ ਪਹੁੰਚੀ, ਰਿਪੋਰਟ ਪਹੁੰਚੀ
ਤਾਂ ਉਸ ਤੋਂ ਮਗਰੋਂ ਪੰਜਾਬ ਸਰਕਾਰ ਦਾ ਇਹ ਡਿਊਟੀ ਬਣਦੀ ਜਾਂ ਪੰਜਾਬ ਸਰਕਾਰ ਦਾ ਇਹ ਫਰਜ਼ ਬਣਦਾ ਕਿ ਉਹ ਕੋਰਟ ਦੇ ਵਿੱਚ ਜਾ ਕੇ ਉਹ ਜਿਹੜੇ ਸੀਲਬੰਦ ਲਿਫਾਫਿਆਂ ਦੀ ਰਿਪੋਰਟ ਸੀ ਉਹਨਾਂ ਨੂੰ ਖੁਲਾਉਣ ਵਾਸਤੇ ਕੋਈ ਕਾਨੂੰਨੀ ਕਾਰਵਾਈ ਕਰਦੀ। ਪਰ ਕਾਰਵਾਈ ਕਰਦੀ ਈਵਨ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਹੁਣੀ 2017 ਦੇ ਵਿੱਚ ਜਦੋਂ ਕਾਂਗਰਸ ਦਾ ਚਿਹਰਾ ਬਣ ਕੇ ਪੰਜਾਬ 'ਚ ਚੋਣਾਂ 'ਚ ਉਤਰੇ ਤਾਂ ਉਹਨਾਂ ਵੱਲੋਂ ਮੁੱਖ ਤੌਰ ਤੇ ਇਹੋ ਹੀ ਗੱਲ ਕਹੀ ਗਈ ਕਿ ਮੈਂ ਪੰਜਾਬ 'ਚ ਨਸ਼ੇ ਦਾ ਲੱਕ ਜਿਹੜਾ ਤੋੜਦਾ ਵਿਕਰਮ ਵਰਗੇ ਬੰਦੇ ਜਾਂ ਬਾਦਲ ਜਿਹੜੇ ਬੇਅਦਬੀ ਕਾਂਡ ਵਾਲੇ ਬੰਦੇ ਸਾਰਿਆਂ ਨੂੰ ਫੜ ਕੇ ਮੈਂ ਇਹ ਕਰ ਦਾਂਗਾ ਉਹ ਕਰ ਦੂੰਗਾ। ਔਰ ਉਹਦੇ ਨਾਲ ਹੀ ਨਾਲ ਉਹਨਾਂ ਨੇ ਬਕਾਇਦਾ ਤੌਰ ਤੇ ਗੁਟਕਾ ਸਾਹਿਬ ਨੂੰ ਹੱਥ ਵਿੱਚ ਰੱਖ ਕੇ ਜਿਹੜੀ ਸਹੁੰ ਸੀ ਉਹ ਵੀ ਤਲਵੰਡੀ ਸਾਬੋ ਵਿਖੇ ਖਾਧੀ। ਪਰ ਉਹ ਬੜੇ ਵਾਅਦੇ ਕੀਤੇ ਪਰ ਵਾਅਦੇ ਉਹ ਵਫਾ ਨਹੀਂ ਹੋਏ। ਹਾਲਾਂਕਿ ਸਮੇਂ-ਸਮੇਂ ਦੇ ਨਵਜੋਤ ਸਿੱਧੂ ਆਪਣੀ ਗੱਲ ਜਿਹੜੀ ਹੈ 2018 ਦੀ ਪ੍ਰੈਸ ਕਾਨਫਰੰਸ ਕਰਕੇ ਗੱਲ ਕਹੀ ਕਿ ਜਿਹੜੇ ਨਸ਼ੇ ਦੇ ਵੱਡੇ ਸੁਧਾਗਰ ਨੇ ਤੁਸੀਂ ਉਹਨਾਂ ਨੂੰ ਹੱਥ ਪਾਓ। ਪਰ ਕੈਪਟਨ ਸਰਕਾਰ ਜਿਹੜੀ ਆ ਉਹ ਚੁੱਪ ਰਹੀ ਔਰ ਹਮੇਸ਼ਾ ਇਹ ਗੱਲ ਕਹਿੰਦੀ ਰਹੀ ਕਿ ਹਾਈ ਕੋਰਟ ਜਿਹੜੀ ਹੈਗੀ ਆ ਕੋਈ ਇੰਟਰਸਟਿੰਗ ਦੇ ਲਈ ਕੋਰਟਾਂ ਦੇ ਵਿੱਚ ਮਸਲੇ ਨੇ। ਪਰ ਜਿਸ ਤਰੀਕੇ ਦੇ ਨਾਲ ਜਿਹੜਾ ਅੱਜ ਦਾ ਟਵੀਟ ਨਵਜੋਤ ਸਿੱਧੂ ਦਾ ਆਇਆ ਔਰ ਉਸ ਫੀਲਡ ਦੇ ਵਿੱਚ ਜਿਸ ਤਰੀਕੇ ਦੇ ਨਾਲ ਨਵਜੋਤ ਸਿੱਧੂ ਨੇ ਹਾਈ ਕੋਰਟ ਦੀ ਜਾਂ ਕੋਰਟ ਦੀ ਅਦਾਲਤ ਦੀ ਜਿਹੜੀ ਫਟਕਾਰ ਆ ਜਿਹੜੀ ਕੈਪਟਨ ਸਰਕਾਰ ਨੂੰ ਪਾਈ ਆ ਉਹਨੂੰ ਜਿਸ ਤਰੀਕੇ ਨਾਲ ਸਰਮੁਖ ਕੀਤਾ ਉਹਦੇ ਤੋਂ ਤਾਂ ਸੁਖਵਿੰਦਰ ਜੀ ਸਾਫ਼ ਤੌਰ ਤੇ ਸਪਸ਼ਟ ਹੋ ਜਾਂਦਾ ਕਿ ਉੱਤੇ ਜੋ 75-25 ਦਾ ਤੁਸੀਂ ਖੇਡ ਕਹਿੰਦੇ ਜੇ ਮੇਰਾ ਖਿਆਲ ਉਹ ਤਾਂ ਬਹੁਤ ਪੁਰਾਣੀ ਗੱਲ ਆ ਕਿ ਇਹ ਬਿਲਕੁਲ ਨਵਜੋਤ ਸਿੱਧੂ ਜਿਸ ਤਰ੍ਹਾਂ ਉਹ ਕਹਿੰਦਾ ਰਿਹਾ ਕਿ ਇਹ ਦੋਵੇਂ ਆਪਸ ਚ ਰਲੇ ਨੇ ਔਰ ਉਹਨਾਂ ਨੂੰ ਬਚਾ ਰਹੇ ਨੇ। ਅਸਲੀ ਕਹਾਣੀ ਤੇ ਜਿਹੜੀ ਇਹ ਆ ਹੁਣ ਇਸ ਸਵਾਲ ਦਾ ਜਿਹੜਾ ਦੂਜਾ ਪੋਰਸ਼ਨ ਜਿਹੜਾ ਦੂਜਾ ਹਿੱਸਾ ਤੁਸੀਂ ਮੈਨੂੰ ਪੁੱਛਿਆ ਕਿ ਇਹਦੇ ਨਾਲ ਫਰਕ ਕੀ ਪਏਗਾ। ਵੇਖੋ ਇਹਦੇ ਨਾਲ ਤਾਂ ਕੈਪਟਨ ਸਰਕਾਰ ਦੀ ਜਿਹੜੀ ਅੰਦਰੂਨੀ ਮਨਸ਼ਾ ਆ ਉਹ ਸੁਖਵਿੰਦਰ ਜੀ ਪੂਰਨ ਤੌਰ ਤੇ ਪੰਜਾਬ ਦੇ ਵਾਸੀਆਂ ਦੇ ਸਾਹਮਣੇ ਆ ਗਈ, ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਈ ਕਿ ਜਿਹੜੇ ਨੇ ਕੈਪਟਨ ਅਮਰਿੰਦਰ ਸਿੰਘ ਹੁਣੀ ਕਿਸ ਹੱਦ ਤੱਕ ਬਾਦਲ ਪਰਿਵਾਰ ਨੂੰ ਬਚਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਨੇ, ਚਾਹੇ ਉਹ ਬਹਿਬਲ ਕਰਨ ਕੋਟਕਪੂਰਾ ਗੋਲੀकांड ਹੋਵੇ ਜਾਂ ਨਸ਼ਿਆਂ ਦੇ ਮੁੱਦੇ ਦੇ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲਬਾਤ ਹੁੰਦੀ ਹੋਵੇ ਜਾਂ ਉਹਦਾ ਨਾਮ ਆਉਂਦਾ ਹੋਵੇ। ਹਾਲਾਂਕਿ ਆਪਾਂ ਪਹਿਲਾਂ ਇਹ ਕਲੀਅਰ ਕਰ ਦਈਏ ਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਉਸ ਰਿਪੋਰਟ 'ਚ ਨਾਂ ਹੈ ਜਾਂ ਨਹੀਂ ਹੈ, ਆਪਾਂ ਇਹਦੇ ਸੰਬੰਧੀ ਕੋਈ ਗੱਲ ਨਹੀਂ ਕਰ ਰਹੇ। ਪਰ ਜਿਸ ਤਰੀਕੇ ਦੀਆਂ ਧਨਸੋਵਾਂ ਨੇ ਜਾਂ ਜਿਸ ਤਰੀਕੇ ਦੀਆਂ ਅਫਵਾਹਾਂ ਨੇ ਉਸ ਆਧਾਰ ਤੇ ਗੱਲ ਜਿਹੜੀ ਕਰ ਰਹੇ ਆ ਜਾਂ ਜਿਸ ਤਰੀਕੇ ਨਾਲ ਟਵੀਟ ਜਿਹੜਾ ਨਵਜੋਤ ਸਿੱਧੂ ਦਾ ਆਇਆ ਕਿ ਕੈਪਟਨ ਸਾਹਿਬ ਬੁਰੀ ਤਰ੍ਹਾਂ ਜਾਂ ਪੂਰੀ ਤਰੀਕੇ ਦੇ ਨਾਲ ਉਹਨੂੰ ਬਚਾਉਣ ਦੇ ਯਤਨਾਂ 'ਚ ਨਹੀਂ ਬਿਕਰਮ ਮਜੀਠੀਆ ਨੂੰ ਜਾਂ ਅਸੀਂ ਬਾਦਲ ਪਰਿਵਾਰ ਨੂੰ ਕਹਿ ਸਕਦੇ ਹਾਂ। ਸੋ ਇਹ ਸਾਰੇ ਜਿਹੜਾ ਸਥਿਤੀ ਹੈ ਜਾਂ ਜਿਹੜਾ ਸਾਰਾ ਪ੍ਰਸੰਗ ਆ ਇਸ ਦੇ ਵਿੱਚ ਇਹ ਸਥਿਤੀ ਸਾਫ਼ ਹੋ ਜਾਂਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਨਿੱਜੀ ਮਫਾਦ ਕਰਕੇ ਕੋਰਟ ਨੂੰ ਵੀ ਵਰਤਦੇ ਰਹੇ ਨੇ। ਔਰ ਦੇਖੋ ਜਿਹੜਾ ਆਪਣੇ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਖਾਸ ਐਡਵੋਕੇਟ ਜਨਰਲ ਅਤੁਲ ਨੰਦਾ ਆ ਉਹਨੇ ਹਰ ਮਸਲੇ ਦੇ ਕੈਪਟਨ ਸਰਕਾਰ ਦੀ ਜਿਹੜੀ ਕਿਰਕਰੀ ਕਰਾਈ ਹੈ, ਚਾਹੇ ਉਹ ਕਿਰਕਰੀ ਕੋਟਕਪੂਰਾ ਬਹਿਬਲ ਕਲਾਂ ਗੋਲੀकांड ਦੇ ਮਸਲੇ 'ਚ ਹੋਵੇ ਜਾਂ ਇੱਕ ਦੋ ਮਸਲੇ ਹੋਰ ਹੋਣ ਤਾਂ ਜਾਂ ਇਹ ਹੋਣ। ਹੁਣ ਜਿਸ ਤਰੀਕੇ ਨਾਲ ਅਦਾਲਤ ਨੇ ਕਿਹਾ ਕਿ ਤੁਸੀਂ ਤਾਂ ਅਜੇ ਤੱਕ ਕੋਈ ਕੀਤਾ ਹੀ ਕੱਖ ਨਹੀਂ, 2.5 ਸਾਲ 2018 ਤੋਂ ਬਾਅਦ 2.5 ਸਾਲ ਤੁਸੀਂ ਇੰਤਜ਼ਾਰ ਕਰਦੇ, ਤੁਹਾਡੇ ਵੱਲੋਂ ਕਾਨੂੰਨੀ ਕੋਈ ਕਾਰਵਾਈ ਕਿਉਂ ਨਹੀਂ ਹੋਈ। ਸੋ ਕਹਿਣ ਦਾ ਅਰਥ ਆ ਕਿ ਜਿਸ ਤਰੀਕੇ ਨਾਲ ਨਵਜੋਤ ਸਿੱਧੂ ਨੇ ਇਸ ਮੁੱਦੇ ਨੂੰ ਉਠਾਇਆ ਔਰ ਬਕਾਇਦਾ ਤੌਰ ਤੇ 3-4 ਦਿਨ ਹੋ ਚਲੇ ਜਿਸ ਤਰ੍ਹਾਂ ਉਸ ਦਿਨ ਇਹਨਾਂ ਟਵੀਟਾਂ ਦਾ ਰਾਹੀਂ ਬਿਕਰਮ ਮਜੀਠੀਆ ਨੂੰ ਆਧਾਰ ਬਣਾਉਂਦੇ ਆ ਔਰ ਜਗਜੀਤ ਚਾਹਲ ਦਾ ਇੱਕ ਜਿਹੜਾ ਐਫੀਡੇਵਿਟ ਸੀ ਉਹ ਵੀ ਉਹਨਾਂ ਨੇ ਨਸ਼ਰ ਕੀਤਾ। ਤਾਂ ਹੁਣ ਜਿਹੜੀ ਸਿੱਧੀ ਜਿਹੜੀ ਗੱਲ ਹੈ ਹੁਣ ਕੋਰਟ ਮਾਨਯੋਗ ਅਦਾਲਤ ਜਿਹੜੀ ਸੀ ਇਹ ਸਾਰੇ ਮਸਲੇ ਦੇ ਵਿੱਚ ਇਨਵੋਲਵ ਜਿਹੜੀ ਨਹੀਂ ਸੀ ਹੈਗੀ, ਪਰ ਹੁਣ ਕੋਰਟ ਦੇ ਇਨਵੋਲਵ ਹੋਣ ਨਾਲ ਜਿਹੜੀਆਂ ਸਥਿਤੀਆਂ ਨੇ ਹੁਣ ਬਦਲ ਗਈਆਂ। ਹੁਣ ਜਿਸ ਤਰੀਕੇ ਨਾਲ ਅੱਗੇ ਕਿਹਾ ਜਾਂਦਾ ਸੀ ਕਿ ਨਵਜੋਤ ਸਿੱਧੂ ਕਿਸੇ ਨਿੱਜੀ ਵੈਰ ਵਿਰੋਧ ਦੇ ਆਧਾਰ ਤੇ ਕੈਪਟਨ ਸਰਕਾਰ ਤੇ ਦਬਾਅ ਪਾ ਰਿਹਾ, ਜਿਸ ਤਰੀਕੇ ਦੇ ਨਾਲ ਮਹਾਰਾਣੀ ਪ੍ਰਦੀਪ ਕੌਰ ਨੇ ਵੀ ਕੁਝ ਇਹੋ ਜਿਹੀਆਂ ਗੱਲਾਂ ਕੀਤੀਆਂ, ਪਰ ਹੁਣ ਤਾਂ ਸੁਖਵਿੰਦਰ ਜੀ ਜਿਹੜੀ ਬਿੱਲੀ ਆ ਉਹ ਥੈਲੇ ਤੋਂ ਬਾਹਰ ਆ ਗਈ ਹੈ। ਹੁਣ ਪਤਾ ਲੱਗ ਗਿਆ ਕਿ ਕਿਹੜਾ ਵਿਅਕਤੀ ਕਿਸ ਆਧਾਰ ਤੇ ਕਿਹੜੀ ਗੱਲ ਕਰਦਾ ਪਿਆ ਤੇ ਉਹ ਕਿਉਂ ਕਰ ਰਿਹਾ, ਤੇ ਜੇ ਉਹ ਨਹੀਂ ਕਰਦਾ ਪਿਆ ਤਾਂ ਉਸ ਦੇ ਪਿੱਛੇ ਕਾਰਨ ਕੀ ਹੈ। ਸੋ ਜਿਹੜੇ ਆਉਂਦੇ ਦਿਨ ਨੇ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਵਾਸਤੇ ਔਰ ਉਹਦੇ ਨਾਲ ਹੀ ਨਾਲ ਬਿਕਰਮਜੀਤ ਸਿੰਘ ਮਜੀਠੀਆ ਵਾਸਤੇ ਬੜੇ ਔਖੇ ਦਿਨ ਜਿਹੜੇ ਹੋ ਸਕਦੇ ਨੇ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਕਿ ਜਿਸ ਦਿਨ ਨਵਜੋਤ ਸਿੱਧੂ ਦਾ ਪਹਿਲਾ ਟਵੀਟ ਬਿਕਰਮ ਮਜੀਠੀਆ ਦੇ ਖਿਲਾਫ ਆਇਆ ਤਾਂ ਉਸ ਦਿਨ ਤੋਂ ਹੀ ਬਿਕਰਮ ਮਜੀਠੀਆ ਵੀ ਰੋਜ਼ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਔਰ ਗੱਲ ਭਾਵੇਂ ਮਦਨ ਲਾਲ ਜਲਾਲਪੁਰ ਦੀ ਹੋਵੇ ਜਾਂ ਰਾਣਾ ਕੰਦੋਵਾਲੀ ਦੇ ਕਤਲ ਦੀ ਹੋਵੇ, ਜਿਹੜੇ ਨੇ ਬਿਕਰਮ ਸਿੰਘ ਮਜੀਠੀਆ ਨੇ ਟਾਰਗੇਟ ਜਿਹੜਾ ਉਹ ਨਵਜੋਤ ਸਿੱਧੂ ਨੂੰ ਕਰਦਾ ਹੀ ਕਰਦਾ। ਇਹ ਪਿਛਲੇ 3-4 ਦਿਨਾਂ ਦਾ ਤੁਸੀਂ ਇਤਿਹਾਸ ਚੁੱਕ ਕੇ ਵੇਖ ਲਓ, ਰੈਗੂਲਰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਔਰ ਉਹਦੇ ਵਿੱਚ ਨਵਜੋਤ ਸਿੱਧੂ ਨੂੰ ਟਾਰਗੇਟ ਜਿਹੜਾ ਉਹ ਕੀਤਾ ਜਾਂਦਾ। ਇਹ ਸਿਰਫ ਅਸੀਂ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਬੰਦਾ ਅਫੈਂਸਿਵ ਹੋ ਜਾਂਦਾ, ਆਪਣੇ ਬਚਾਓ ਦੀ ਇੱਕ ਕਤਾਰ ਜਿਹੜੀ ਬਣਾ ਰਿਹਾ,
ਕਿਉਂਕਿ ਨਵਜੋਤ ਸਿੱਧੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਪਤਾ ਕਿ ਜਿਹੜੀਆਂ ਸਥਿਤੀਆਂ ਨੇ ਹੁਣ ਉਹਦੇ ਵੱਲ ਦੀਆਂ ਨਹੀਂ ਰਹੀਆਂ। ਹੁਣ ਸਥਿਤੀਆਂ ਵੇਖੋ, ਅੱਗੇ ਪੋਲੀਟੀਕਲ ਹੋ ਸਕਦੀਆਂ ਸੀ, ਰਾਜਨੀਤਿਕ ਜਾਂ ਚਾਲਾਂ ਹੋ ਸਕਦੀਆਂ ਸੀ। ਹੁਣ ਕਿਵੇਂ ਦੇਖਦੇ ਹੋ ਕਿ ਪਹਿਲਾਂ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਸ ਤਰੀਕੇ ਨਾਲ ਕੋਰਟ ਦੇ ਵੱਲੋਂ ਭੇਦ ਖੋਲ ਦਿੱਤੇ ਗਏ ਕਿ ਦੱਸੋ ਭਾਈ ਕੋਰਟ ਨੇ ਤੁਹਾਨੂੰ ਕਦੋਂ ਕੀਤਾ ਇਸ ਰਿਪੋਰਟ ਨੂੰ ਸੀਲਬੰਦ ਰੱਖਣ ਦੇ ਲਈ, ਕਦੋਂ ਕਿਹਾ ਵੀ ਇਸ ਰਿਪੋਰਟ ਦੇ ਉੱਪਰ ਤੁਸੀਂ ਕਾਰਵਾਈ ਨਾ ਕਰੋ, ਤਾਂ ਫਿਰ ਕੈਪਟਨ ਅਮਰਿੰਦਰ ਸਿੰਘ ਤੇ ਹੁਣ ਉਹਨਾਂ ਦੇ ਜਿਹੜੇ ਇਰਦ ਗਿਰਦ ਫਿਰਦੇ ਐਮਐਲਏ ਤੇ ਮੰਤਰੀ ਆ, ਜਦੋਂ ਲੋਕਾਂ ਦੇ ਵਿੱਚ ਜਾਣਗੇ ਤਾਂ ਫਿਰ ਜਵਾਬ ਕੀ ਦੇਣਗੇ ਕਿ ਸਾਨੂੰ ਕਿਹਨੇ ਰੋਕਿਆ ਸੀ? ਜੀ ਜਵਾਬ ਤਾਂ ਸੁਖਵਿੰਦਰ ਜੀ ਬੜਾ ਚਿਰ ਪਹਿਲਾਂ ਦਾ ਕੈਪਟਨ ਅਮਰਿੰਦਰ ਸਿੰਘ ਉਹਦੀ ਟੀਮ ਨੂੰ ਮਿਲ ਚੁੱਕਾ, ਕਿਉਂਕਿ ਦੋ ਮਸਲੇ ਅਜਿਹੇ ਨੇ ਕਿ ਜਿਨ੍ਹਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਕਿਰਕਰੀ ਹੋਈ ਆ ਔਰ ਲੋਕਾਂ 'ਚ ਉਸ ਦਾ ਖਿਲਾਫ ਜਿਹੜਾ ਪੂਰਨ ਤੌਰ ਤੇ ਥੱਲੇ ਡਿੱਗਾ। ਸਭ ਤੋਂ ਵੱਡੀ ਕਿਰਕਰੀ ਉਦੋਂ ਹੋਈ ਕਿ ਜਦੋਂ ਨਵਜੋਤ ਸਿੱਧੂ ਨੇ 7 ਅਪ੍ਰੈਲ ਨੂੰ ਜਦੋਂ STF ਦੀ ਰਿਪੋਰਟ ਜਦੋਂ ਰੱਦ ਹੁੰਦੀ ਹੈ, ਪੂਰਾ ਹਾਈ ਕੋਰਟ ਵੱਲੋਂ ਰੱਦ ਕੀਤੀ ਜਾਂਦੀ ਹੈ, ਔਰ ਉਸ ਤੋਂ ਮਗਰੋਂ ਕਿਸ ਤਰੀਕੇ ਦੇ ਨਾਲ ਉਹਨੇ ਜਿਹੜੇ ਮੁੱਦੇ ਸਨ ਚੁੱਕੇ ਸੀ ਔਰ ਉਹਨਾਂ ਮੁੱਦਿਆਂ ਚੁੱਕਣ ਤੋਂ ਬਾਅਦ ਜਿਹੜੀ ਸਥਿਤੀ ਸੀ ਉਹ ਕੀ ਬਣ ਗਈ, ਕੈਪਟਨ ਅਮਰਿੰਦਰ ਸਿੰਘ ਹੁਣੀ ਬੈਕਫੁੱਟ ਤੇ ਗਏ। ਤਾਂ ਉਹ ਬੈਕਫੁੱਟ ਤੇ ਜਾਣਾ ਲੋਕਾਂ ਦੀ ਸਥਿਤੀ ਦੇ ਵਿੱਚ ਉਹਨਾਂ ਦਾ ਪਤਾ ਹੈ ਉਹਨਾਂ ਦਾ ਸਟੇਟਸ ਕੀ ਹੈ। ਤੇ ਜਿਹੜੀ ਅੱਜ ਦੀ ਹਾਲਾਤ ਹੈ, ਜਿਹੜੀ ਅੱਜ ਦੀ ਸਥਿਤੀ ਤੁਸੀਂ ਬਿਆਨ ਕਰ ਰਹੇ ਜੇ ਕਿ ਕੋਰਟ ਤੁਹਾਨੂੰ ਪੁੱਛ ਰਹੀ ਹੈ, ਤਾਂ ਇਹਦੇ ਨਾਲ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਪੂਰਨ ਚਿਹਰਾ ਜਿਹੜਾ ਉਹ ਨੰਗਾ ਹੋ ਗਿਆ ਕਿ ਕਿਸ ਤਰੀਕੇ ਨਾਲ ਉਹ ਬਾਦਲ ਪਰਿਵਾਰ ਨੂੰ ਬਚਾਉਣ ਵਾਸਤੇ ਲੱਗੇ ਨੇ। ਲੋਕਾਂ ਦੀ ਕਚਹਿਰੀ 'ਚ ਜਾਣ ਵਾਸਤੇ ਉਹਨਾਂ ਕੋਲ ਨਾ ਤਾਂ ਪਹਿਲਾਂ ਕੁਝ ਸੀ ਤੇ ਨਾ ਹੀ ਹੁਣ ਕੁਝ ਹੈਗਾ। ਪਰ ਇੱਕ ਗੱਲ ਜ਼ਰੂਰ ਕਲੀਅਰ ਹੋ ਗਈ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਜਿਹੜੇ ਝੂਠੇ ਵਾਅਦੇ ਕੀਤੇ ਸਨ, ਉਹ ਵਾਅਦੇ ਤੇ ਲੋਕਾਂ ਨੂੰ ਜ਼ਰੂਰ ਦੁੱਖ ਲੱਗੂਗਾ ਔਰ ਇਹਦਾ ਜਿਹੜੀ ਆਪਾਂ ਕੀਮਤ ਜਿਹੜੀ ਆ, ਜੇਕਰ ਨਵਜੋਤ ਸਿੱਧੂ ਇਸ ਰਸਤੇ ਵਿੱਚ ਨਾ ਆਉਂਦਾ, ਜੇ ਪ੍ਰਧਾਨਗੀ ਪਦ ਨਾ ਸੰਭਾਲਦਾ, ਤਾਂ ਸ਼ਾਇਦ ਇਸ ਦੀ ਕੀਮਤ ਜਿਹੜੀ ਆ ਕਾਂਗਰਸ ਪਾਰਟੀ ਨੂੰ ਬੜੇ ਵੱਡੇ ਰੂਪ 'ਚ ਅਦਾ ਕਰਦੀ ਪੈਂਦੀ। ਪਰ ਅੱਜ ਦੀ ਤਰੀਕ ਤੱਕ ਵੀ ਸਥਿਤੀਆਂ ਜਿਹੜੀਆਂ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਦੇ ਪ੍ਰਸੰਗ ਦੇ ਵਿੱਚ ਜਿਉਂਦੀਆਂ ਤਿਉਂ ਨੇ, ਕਿਉਂਕਿ ਹੁਣ ਹਾਲਾਤ ਇਦਾਂ ਦੇ ਆ, ਕਿਉਂਕਿ ਉਹਨਾਂ ਨੂੰ ਹੁਣ ਕਾਰਵਾਈ ਕਰਨੀ ਪੈਣੀ। ਜੇ ਨਹੀਂ ਕਰਦੇ ਤਾਂ ਫਿਰ ਕੁਦਰਤੀ ਤੌਰ ਤੇ ਜਿਹੜਾ ਗ੍ਰਾਫ ਆ ਉਹਨਾਂ ਦਾ ਹੋ ਡਿੱਗੇਗਾ। ਕਿਉਂਕਿ ਇਹ ਵੀ ਤੁਸੀਂ ਦੇਖੋ ਕਿ ਕਾਂਗਰਸ ਹਾਈ ਕਮਾਨ ਵੱਲੋਂ ਬਕਾਇਦਾ ਤੌਰ ਤੇ ਨਸ਼ਿਆਂ ਦੇ ਮੁੱਦੇ ਨੂੰ ਉਹ 18 ਨੂੰ 31 ਪ੍ਰੋਗਰਾਮ ਦੇ ਵਿੱਚ ਮੇਨ ਜੋੜਿਆ ਗਿਆ ਸੀ ਔਰ ਕਿਹਾ ਗਿਆ ਸੀ ਕਿ ਤੁਸੀਂ ਜਾ ਕੇ ਇਹਦੇ ਸੰਬੰਧੀ ਕੋਈ ਕਾਰਵਾਈ ਕਰੋ। ਪਰ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਿਸ ਤਰ੍ਹਾਂ ਸੁਸਤ ਚਾਲ ਹੈਗੀ ਕਿ ਠੀਕ ਆ ਚੱਲਣ ਡਿਆ ਕੰਮ, ਲੋਕਾਂ ਦਾ ਕੋਈ ਧਿਆਨ ਨਹੀਂ ਆ, ਲੋਕਾਂ ਦਾ ਕੋਈ ਧਿਆਨ ਨਹੀਂ, ਲੋਕਾਂ ਦਾ ਚਲੋ ਧਿਆਨ ਹੋਵੇ ਨਾ ਹੋਵੇ, ਪਰ ਉਹਨਾਂ ਦੇ ਆਪਣੀ ਪਾਰਟੀ ਦੇ ਪ੍ਰਧਾਨ ਦਾ ਉਹਦੇ ਉੱਤੇ ਅੱਜ ਕੱਲ੍ਹ ਨਜ਼ਰਸਾਨੀ ਉਹ ਪੂਰਾ ਉਸ ਦਾ ਧਿਆਨ ਆ, ਪੂਰੀ ਉਹ ਨਜ਼ਰਸਾਨੀ ਕਰਦਾ ਔਰ ਉਸ ਨੂੰ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਕਿਹੜੀ ਸਥਿਤੀ ਦੇ ਵਿੱਚ ਲੈ ਕੇ ਕਿਸ ਤਰੀਕੇ ਨਾਲ ਜਿਹੜੀ ਆ ਉਹ ਗੱਲ ਕਰਨੀ ਆ। ਸੋ ਸੰਖੇਪ 'ਚ ਮੈਂ ਇਹ ਗੱਲ ਕਹਿ ਦਵਾਂ ਕਿ ਜਿਹੜੇ ਆਉਂਦੇ ਦਿਨ ਨੇ, ਜੇਕਰ ਕੈਪਟਨ ਅਮਰਿੰਦਰ ਸਿੰਘ ਹੋਣੀ ਇੱਕ ਗੱਲ ਹੋਰ ਹੈ, ਮਾਫ ਕਰਨਾ ਮੈਂ ਤੁਹਾਨੂੰ ਰੋਕ ਰਿਹਾ, ਇੱਕ ਗੱਲ ਹੋਰ ਹੈ ਕਿ ਹੁਣ ਇੱਕ ਵਾਰ ਫਿਰ ਤੋਂ ਉਹੀ ਗੱਲ ਸਾਬਤ ਹੋ ਗਈ। ਜਿਹੜੇ ਲੋਕ ਕਹਿੰਦੇ ਸੀਗੇ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਕੁਰਸੀਆਂ ਲੈਣ ਦੇ ਲਈ, ਅਹੁਦੇ ਲੈਣ ਦੇ ਲਈ ਕੋਈ ਬਿਨ ਫਾਲਤੂ ਜਿਹੜੇ ਇਲਜ਼ਾਮ ਲਗਾ ਰਿਹਾ, ਉਹ ਹੁਣ ਇਲਜ਼ਾਮ ਸਬੂਤਾਂ ਦੇ ਸਮੇਤ ਸੱਚੇ ਹੁੰਦੇ ਸਾਬਤ ਹੋ ਰਹੇ ਨੇ। ਦੇਖੋ ਜੀ, ਜੇ ਉਹਨੇ ਅਹੁਦੇ ਲੈਣ ਕਰਕੇ ਗੱਲ ਹੁੰਦੀ ਤਾਂ ਸ਼ਾਇਦ ਨਵਜੋਤ ਸਿੱਧੂ ਹੁਣ ਤੱਕ ਚੁੱਪ ਕਰ ਗਿਆ ਹੁੰਦਾ, ਪਰ ਉਹ ਆਪਣੀ ਬਿਲਕੁਲ ਡਿਊਟੀ ਜਿਹੜੀ ਆ ਪੂਰੀ ਤਨਦੇਹੀ ਨਾਲ ਨਿਭਾ ਰਿਹਾ ਔਰ ਵਾਰ-ਵਾਰ ਉਹਨਾਂ ਮੁੱਦਿਆਂ ਤੇ ਹੀ ਕੈਪਟਨ ਸਰਕਾਰ ਨੂੰ ਘੇਰਦਾ ਪਿਆ ਤੇ ਨਾਲ ਹੀ ਨਾਲ ਬਾਦਲਾਂ ਨੂੰ ਉਹਨਾਂ ਨਿਸ਼ਾਨੇ ਤੇ ਲੈ ਰਿਹਾ, ਜਿਨ੍ਹਾਂ ਮੁੱਦਿਆਂ ਦੇ ਕਰਕੇ ਪੰਜਾਬ ਦੇ ਵਿੱਚ ਇਹ ਲੋਕ ਜਿਹੜੇ ਨੇ ਚਰਚਾ ਦਾ ਵਿਸ਼ਾ ਰਹੇ। ਜੇਕਰ ਨਸ਼ਿਆਂ ਦੀ ਗੱਲ ਕਰੀਏ ਤਾਂ ਹਮੇਸ਼ਾ ਨਸ਼ਿਆਂ ਦਾ ਪ੍ਰਸੰਗ ਪੰਜਾਬ ਦੇ ਲੋਕਾਂ ਦੇ ਅਨੁਸਾਰ, ਕਹਿਣ ਅਨੁਸਾਰ, ਚਾਹੇ ਆਮ ਆਦਮੀ ਪਾਰਟੀ ਹੋਵੇ ਜਾਂ ਕੋਈ ਵੀ ਪਾਰਟੀ ਹੋਵੇ, ਕਿਤੇ ਨਾ ਕਿਤੇ ਉਸ ਦੀ ਕੜੀ ਦਾ ਸਿਖਰ ਜਿਹੜਾ ਉਹ ਬਿਕਰਮਜੀਤ ਸਿੰਘ ਮਜੀਠੀਆ ਨਾਲ ਜਾ ਚੁੱਕਦਾ। ਕਥਿਤ ਤੌਰ ਤੇ ਜੋ ਲੋਕੀ ਕਹਿੰਦੇ, ਅਸੀਂ ਨਹੀਂ ਕਹਿੰਦੇ, ਜਾ ਚੁੱਕਦਾ। ਔਰ ਉਸ ਤੋਂ ਮਗਰੋਂ ਨਵਜੋਤ ਸਿੱਧੂ ਰੈਗੂਲਰੀ ਪ੍ਰੈਸ ਕਾਨਫਰੰਸ ਕਰਦਾ, ਪਰ ਕੈਪਟਨ ਅਮਰਿੰਦਰ ਸਿੰਘ ਹੁਣੀ ਦੇਖੋ ਕਿੰਨੀ, ਅਸੀਂ ਕਹਿ ਸਕਦੇ ਹਾਂ ਕਿ ਉਹ ਜਿਸ ਤਰ੍ਹਾਂ ਬੰਦਾ ਘੇਸਲ ਮਾਰ ਕੇ ਪਿਆ ਲੰਮੇ ਕਿ ਜੋ ਮਰਜ਼ੀ ਹੈ, ਨਾ ਤਾਂ ਉਹ ਉਹਦੇ ਖਿਲਾਫ ਬੋਲਦੇ ਆ, ਨਾ ਹੀ ਉਹਦੇ ਹੱਕ 'ਚ ਬੋਲਦੇ ਆ। ਉਹ ਜਿਹੜੀ ਇੱਕ ਸੁਸਤ ਚਾਲ, ਜਿਹੜੀ ਇੱਕ ਅਸੀਂ ਪੰਜਾਬੀ 'ਚ ਸ਼ਬਦ ਹੁੰਦਾ ਮੀਸਣਾ ਬਣ ਕੇ ਟਾਈਮ ਕੱਢਣ ਵਾਲੀ ਗੱਲ ਕਿ ਠੀਕ ਹੈ ਉਹ ਬੋਲੀ ਜਾਂਦੇ, ਪਰ ਨਹੀਂ ਸੁਖਵਿੰਦਰ ਜੀ, ਇਸ ਦੇ ਜਿਹੜੇ ਰਿਜ਼ਲਟ ਹੋਣਗੇ, ਇਸ ਦੇ ਨਤੀਜੇ ਜਿਹੜੇ ਹੋਣਗੇ ਬੜੇ ਭੈੜੇ ਹੋ ਸਕਦੇ, ਬੜੇ ਭਿਆਨਕ ਹੋ ਸਕਦੇ ਆ, ਕਿਉਂਕਿ ਲੋਕਾਂ ਦਾ ਵਿਸ਼ਵਾਸ ਨਾ ਤਾਂ ਕੈਪਟਨ ਤੇ ਰਿਹਾ ਤੇ ਨਾ ਹੀ ਦੂਜੇ ਪਾਸੇ ਬਾਦਲਾਂ ਤੇ ਰਿਹਾ। ਤਾਂ ਇਸ ਦੀ ਜਿਹੜੀ ਕੀਮਤ ਆ ਪੰਜਾਬ ਦੇ ਲੋਕਾਂ ਨੇ ਬੜੀ ਨਿਭਾਈ ਆ, ਪੰਜਾਬ ਦੇ ਲੋਕਾਂ ਨੇ ਬੜੀ ਕੀਮਤ ਅਦਾ ਕੀਤੀ ਹੈ। ਜਵਾਨ ਪੁੱਤ ਮਰੇ ਨੇ ਨਸ਼ੇ ਦੀ ਓਵਰਡੋਜ਼ ਲੈਂਦਿਆਂ ਹੋਇਆ। ਕੋਈ ਵੀ ਦੋਸ਼ੀ ਹੋਵੇ, ਅਸੀਂ ਕਿਸੇ ਦਾ ਨਾਂ ਨਹੀਂ ਲਿਆ, ਕੋਈ ਵੀ ਦੋਸ਼ੀ ਹੋਵੇ, ਨਸ਼ਿਆਂ ਦੇ ਮੁੱਦੇ ਤੇ ਹਰ ਬੰਦਾ ਟੰਗ ਦੇਣਾ ਚਾਹੀਦਾ ਜਿਹੜਾ ਕੋਈ ਜ਼ਿੰਮੇਵਾਰ ਹੈਗਾ।
ਜੇਕਰ ਅਸੀਂ ਇਸ ਏਸੀ ਰੂਮ 'ਚ ਬਹਿ ਕੇ ਅਸੀਂ ਇਸ ਪਰ ਇਹਨਾਂ ਲਈ ਤਰੀਕੇ ਤਾਂ ਦੀਆਂ ਮੁੱਦੇ ਆ ਨਾ ਅਨਕੀ ਸਾਹਿਬ, ਇਹਨਾਂ ਲਈ ਤਾਂ ਸਿਰਫ ਚੋਣਾਂ ਦੇ ਲਈ ਮੁੱਦੇ ਆ ਨਾ। ਇਹ ਪਿਛਲੀਆਂ ਚੋਣਾਂ ਦੇ ਵਿੱਚ ਵਰਤ ਰਹੇ, ਇਸ ਵਾਰ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਸ਼ਾਇਦ ਲਾਸਟ ਵਾਲੇ 6 ਮਹੀਨਿਆਂ ਦੇ ਵਿੱਚ। ਇਹਨਾਂ ਨੂੰ ਤਾਂ ਮੁੱਦੇ ਚਾਹੀਦੇ ਆ ਨਾ, ਇਹਨਾਂ ਨੂੰ ਲੋਕ ਥੋੜੀ ਚਾਹੀਦੇ ਆ, ਇਹਨਾਂ ਨੂੰ ਤਾਂ ਸਿਰਫ ਮੁੱਦੇ ਚਾਹੀਦੇ ਕਿ ਮੁੱਦੇ ਸਾਨੂੰ ਮਿਲਣੇ ਚਾਹੀਦੇ। ਜੇਕਰ ਅਸੀਂ ਇਹੀ ਮੁੱਦੇ ਖਤਮ ਕਰਤੇ, ਜੇਕਰ ਅਸੀਂ ਇਹੀ ਅਪਰਾਧ ਖਤਮ ਕਰਤੇ, ਤਾਂ ਫਿਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਅਸੀਂ ਮੁੱਦੇ ਕੀ ਬਣਾਵਾਂਗੇ? ਇਹਨਾਂ ਨੂੰ ਥੋੜੀ ਲੋਕਾਂ ਤੱਕ ਮਤਲਬ ਆ, ਇਹਨਾਂ ਨੂੰ ਤਾਂ ਮੁੱਦਿਆਂ ਤੱਕ ਮਤਲਬ ਆ। ਜੀ ਜੀ ਬਿਲਕੁਲ ਜੀ। ਇਹ ਤਾਂ 4.5 ਸਾਲ ਦੌਰਾਨ ਜੇਕਰ ਸੁੱਤੇ ਰਹੇ ਨਾ, ਤੁਹਾਡੀ ਗੱਲ ਬਾਤ ਦਰੁਸਤ ਤੁਸੀਂ ਕਹਿ ਰਹੇ ਜੇ ਕਿ ਕੇਵਲ ਔਰ ਕੇਵਲ ਇਹਨਾਂ ਨੇ ਲੋਕ ਇਹ ਮੁੱਦੇ ਨੇ, ਔਰ ਮੁੱਦਿਆਂ ਨੂੰ ਕਦੇ ਹੱਲ ਨਹੀਂ ਕੀਤਾ ਜਾਂਦਾ। ਜੇਕਰ ਹੱਲ ਕਰ ਦਿੱਤਾ ਜਾਵੇ, ਜੇ ਖਤਮ ਕਰ ਦਿੱਤਾ ਜਾਵੇ, ਤਾਂ ਫਿਰ ਰਾਜਨੀਤੀ ਕਿੱਥੋਂ ਸ਼ੁਰੂ ਹੋਗੀ? ਮੁੱਦੇ ਹਮੇਸ਼ਾ ਦੂਜੇ ਪਾਸੇ ਤੁਸੀਂ ਜਾਨਾਂ ਦੀ ਗੱਲ ਕੀਤੀ ਆ ਸਾਹਿਬ, ਤੁਸੀਂ ਦੂਜੇ ਪਾਸੇ ਜਾਨਾਂ ਦੀ ਗੱਲ ਕੀਤੀ ਹੈ ਕਿ ਲੋਕਾਂ ਦੇ ਪੁੱਤਾਂ ਦੀਆਂ ਜਾਨਾਂ ਚਲੀਆਂ ਗਈਆਂ। ਇਹਨਾਂ ਦੀ ਨਾ ਲੋਕਾਂ ਦੇ ਧੀ ਪੁੱਤ ਆ, ਨਾ ਕਿਸੇ ਲਈ ਜਾਨ ਕੀਮਤੀ ਆ, ਇਹਨਾਂ ਲਈ ਤਾਂ ਸਿਰਫ ਇੱਕ ਵੋਟਾਂ ਨੇ। ਲੋਕ ਉਹਨਾਂ ਦੀ ਜਾਨ ਦੀ ਕੋਈ ਕੀਮਤ ਨਹੀਂ ਇਹਨਾਂ ਦੀ ਨਿਗਾਹ ਦੇ ਵਿੱਚ, ਇਹਨਾਂ ਲਈ ਤਾਂ ਸਿਰਫ ਵੋਟਾਂ ਨੇ। ਵੋਟਾਂ ਆਉਂਦੀਆਂ ਨੇ 5 ਸਾਲਾਂ ਬਾਅਦ, ਉਦੋਂ ਹੀ ਬਸ ਵੋਟਾਂ ਦੀ ਜਿਹੜੀ ਗੱਲਬਾਤ ਹੁੰਦੀ ਹੈ, ਉਦਾਂ ਦਾ ਕੋਈ ਵੋਟਾਂ ਦੀ ਗੱਲ ਹੀ ਨਹੀਂ ਕੋਈ ਸੁਣਦਾ। ਬਿਲਕੁਲ ਬਿਲਕੁਲ। ਤਰਾਸਦੀ ਤਾਂ ਆਪਣੇ ਸੁਖਵਿੰਦਰ ਜੀ ਇਹੋ ਹੀ ਆ ਕਿ ਲੋਕਤੰਤਰ ਜਿਹਨੂੰ ਅਸੀਂ ਬੜੇ ਮਾਣ ਨਾਲ ਕਹਿੰਦੇ ਕਿ ਭਾਰਤ ਜਿਹੜਾ ਦੇਸ਼ ਆ ਉਹ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਆ, ਤੇ ਇੱਥੇ ਲੋਕ ਜਿਹੜੇ ਨੇ ਕੇਵਲ ਉਸ ਤੰਤਰ ਦਾ ਹਿੱਸਾ ਨੇ। ਜਦੋਂ ਉਹ ਤੰਤਰ ਦੇ ਹਿੱਸੇ ਨੂੰ ਬਣਾਉਣ ਵਿੱਚ ਲੋਕ ਆਪਣੀ ਵੋਟ ਰੂਪੀ ਤਾਕਤ ਦਾ ਇਸਤੇਮਾਲ ਕਰਦੇ ਆ, ਤੇ ਜਦੋਂ ਫਿਰ ਤੰਤਰ ਸਥਾਪਿਤ ਹੋ ਜਾਂਦਾ, ਫਿਰ ਤੰਤਰ ਰਹਿ ਜਾਂਦਾ, ਪ੍ਰਜਾ ਜਿਹੜੀ ਹੈ ਜਾਂ ਲੋਕ ਪਤਾ ਨਹੀਂ ਉਹ ਕਿੱਥੇ ਚਲੇ ਜਾਂਦੇ ਨੇ। ਪ੍ਰੋਫੈਸਰ ਸਾਹਿਬ, ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਨਾਇਕ ਸਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਸ ਅਹਿਮ ਮਸਲੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਸਾਹਿਬ ਉਹਨਾਂ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।